ਤਾਂ ਆਖਿਰਕਾਰ ਬੇਅੰਤ ਕੌਰ 'ਤੇ ਪਰਚਾ ਦਰਜ ਹੋ ਹੀ ਗਿਆ। 420 ਦਾ ਪਰਚਾ ਦਰਜ ਹੋਣ ਤੋਂ ਬਾਅਦ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਆਖਿਰਕਾਰ ਬਲਵਿੰਦਰ ਸਿੰਘ ਦੇ ਵੱਲੋਂ ਯਾਨੀ ਕਿ ਲਵਪ੍ਰੀਤ ਦੇ ਪਿਤਾ ਦੇ ਵੱਲੋਂ ਸ਼ਿਕਾਇਤ ਦੇ ਵਿੱਚ ਕੀ ਕੁਝ ਲਿਖਿਆ ਗਿਆ ਸੀ। ਸਾਡੇ ਸਾਹਮਣੇ FIR ਦੀ ਕਾਪੀ ਆਈ ਹੈ ਜੋ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਉਹ ਲਿਖਦੇ ਨੇ ਕਿ ਮੇਰੇ 2 ਲੜਕੀਆਂ ਅਤੇ 1 ਲੜਕਾ ਲਵਪ੍ਰੀਤ ਸਿੰਘ ਲਾਡੀ ਹੈ। ਮੇਰੀਆਂ ਦੋਵੇਂ ਲੜਕੀਆਂ ਸ਼ਾਦੀशुदा ਨੇ। ਮੇਰਾ ਲੜਕਾ ਲਵਪ੍ਰੀਤ ਸਿੰਘ ਉਰਫ ਲਾਡੀ ਜੋ ਕਿ +2 ਜਮਾਤ ਵਿੱਚ ਸੀ। ਮੇਰੇ ਲੜਕੇ ਦੀ ਸ਼ਾਦੀ ਸੰਬੰਧੀ ਸਾਡੀ ਗੱਲਬਾਤ ਮੇਰੇ ਭਣੋਈਏ ਜਗਸੀਰ ਸਿੰਘ ਉਰਫ ਸਿਰਾ ਪੁੱਤਰ ਮੁਖਤਿਆਰ ਸਿੰਘ ਵਾਸੀ ਮੰਗੇਵਾਲ ਰਾਹੀਂ ਜਗਦੇਵ ਸਿੰਘ ਪੁੱਤਰ ਨੇਕ ਸਿੰਘ ਉਸਦੀ ਘਰਵਾਲੀ ਸੁਖਵਿੰਦਰ ਕੌਰ ਵਾਸੀਆਨ ਖੁੰਡੀ ਕਲਾ ਦੇ ਨਾਲ ਹੋਈ ਸੀ, ਜਿਨ੍ਹਾਂ ਦੀ ਲੜਕੀ ਬੇਅੰਤ ਕੌਰ ਨੇ ਆਈਲੈਟਸ ਪਾਸ ਕੀਤੀ ਹੋਈ ਸੀ ਅਤੇ ਜਗਦੇਵ ਸਿੰਘ ਪਾਸ ਉਸਨੂੰ ਬਾਹਰਲੇ ਮੁਲਕ ਭੇਜਣ ਲਈ ਖਰਚ ਕਰਨ ਯੋਗ ਰੁਪਏ ਨਹੀਂ ਸਨ। ਮੇਰਾ ਲੜਕਾ ਲਵਪ੍ਰੀਤ ਸਿੰਘ ਉਰਫ ਲਾਡੀ ਵੀ ਬਾਹਰਲੇ ਮੁਲਕ ਕੈਨੇਡਾ ਜਾਣ ਦਾ ਚਾਹਵਾਨ ਸੀ ਤਾਂ ਸਾਡੀ ਆਪਸ ਦੇ ਵਿੱਚ ਗੱਲਬਾਤ ਤੈਅ ਹੋ ਗਈ ਕਿ ਲੜਕੀ ਨੂੰ ਬਾਹਰਲੇ ਮੁਲਕ ਕੈਨੇਡਾ ਭੇਜਣ ਸੰਬੰਧੀ ਪੜ੍ਹਾਈ ਅਤੇ ਵਿਆਹ ਘਰ ਜੋ ਵੀ ਖਰਚ ਆਵੇਗਾ ਉਹ ਅਸੀਂ ਕਰਨਾ ਸੀ। ਦੂਸਰਾ ਇਹ ਵੀ ਕਿਹਾ ਗਿਆ ਕਿ ਇਸ ਤੋਂ ਬਾਅਦ ਲੜਕੀ ਵਾਲੇ ਪਰਿਵਾਰ ਨੇ ਸਾਨੂੰ ਦੱਸਿਆ ਕਿ ਉਹਨਾਂ ਦੀ ਸਮਾਰਟ ਸਟੱਡੀ ਸੈਂਟਰ ਲੁਧਿਆਣਾ ਦੇ ਨਾਲ ਗੱਲਬਾਤ ਹੋਈ ਹੈ। ਉਹਨਾਂ ਦੇ ਨਾਲ 15 ਲੱਖ ਰੁਪਏ ਦਾ ਪੈਕੇਜ ਤੈਅ ਹੋਇਆ ਹੈ। ਆਫਰ ਲੈਟਰ ਆਉਣ ਤੇ ਲੜਕੀ ਦੇ ਪਿਤਾ ਜਗਦੇਵ ਸਿੰਘ, ਮਾਤਾ ਸੁਖਵਿੰਦਰ ਕੌਰ ਅਤੇ ਵਿਚੋਲੇ ਜਗਸੀਰ ਸਿੰਘ ਦੇ ਵੱਲੋਂ ਸਾਨੂੰ ਇਸ ਬਾਰੇ ਦੱਸਿਆ ਗਿਆ ਅਤੇ 13,80,000 ਰੁਪਏ ਲੜਕੀ ਬੇਅੰਤ ਕੌਰ ਦੇ ਖਾਤੇ ਦੇ ਵਿੱਚ ਪਾਉਣ ਲਈ ਕਿਹਾ ਗਿਆ, ਜਿਸ ਤੇ ਉਹਨਾਂ ਦੇ ਵੱਲੋਂ HDFC ਬ੍ਰਾਂਚ ਦੇ ਵਿੱਚ ਇਹ ਸਾਰੀ ਰਕਮ ਜਮ੍ਹਾਂ ਕਰਵਾ ਦਿੱਤੀ ਗਈ, ਟ੍ਰਾਂਸਫਰ ਕਰ ਦਿੱਤੀ ਗਈ ਸੀ। ਇਹ ਕਿ ਉਸ ਤੋਂ ਬਾਅਦ ਦੋਨਾਂ ਪਰਿਵਾਰਾਂ ਦੇ ਵੱਲੋਂ ਲੜਕੀ ਬੇਅੰਤ ਕੌਰ ਨੂੰ ਬਾਹਰਲੇ ਮੁਲਕ ਕੈਨੇਡਾ ਭੇਜਣ ਦੇ ਲਈ ਫਾਈਲ ਪ੍ਰੋਸੈਸ ਦੀ ਚਾਰਾਜੋਈ ਏਜੰਟ ਪਾਸ ਹੁੰਦੀ ਰਹੀ। ਇਸੇ ਦੌਰਾਨ ਬੇਅੰਤ ਕੌਰ ਦਾ ਕੈਨੇਡਾ ਅੰਬੈਸੀ ਦੇ ਵੱਲੋਂ ਵੀਜ਼ਾ ਆ ਗਿਆ। ਲੜਕੀ ਬੇਅੰਤ ਕੌਰ ਨੇ ਸਟੱਡੀ ਵੀਜ਼ੇ ਤੇ ਕੈਨੇਡਾ ਜਾਣ ਦੇ ਲਈ ਕਾਰਵਾਈ ਮੁਕੰਮਲ ਕਰਕੇ 7/7/2018 ਨੂੰ ਟਿਕਟ ਬੁੱਕ ਕਰਵਾਈ। ਟਿਕਟ ਦੇ ਸਾਰੇ ਰੁਪਏ ਕਰੀਬ 63,000 ਰੁਪਏ ਉਹਨਾਂ ਨੇ ਹੀ ਅਦਾ ਕੀਤੇ, ਯਾਨੀ ਕਿ ਲਵਪ੍ਰੀਤ ਦੇ ਪਰਿਵਾਰ ਨੇ। 15/7/2018 ਨੂੰ ਮੇਰੇ ਲੜਕੇ ਲਵਪ੍ਰੀਤ ਸਿੰਘ ਉਰਫ ਲਾਡੀ ਅਤੇ ਬੇਅੰਤ ਕੌਰ ਪੁੱਤਰੀ ਜਗਦੇਵ ਸਿੰਘ ਦੀ ਰਿੰਗ ਸਰਮਨੀ ਦੀ ਰਸਮ ਕੀਤੀ ਗਈ, ਜੋ ਇਹ ਰਸਮ ਫੌਜੀ ਢਾਬਾ ਮਾਨਾ ਪਿੰਡੀ ਧਨੋਲਾ ਵਿਖੇ ਦੋਨਾਂ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਦੇ ਵਿੱਚ ਹੋਈ ਸੀ। ਇਸ ਤੇ ਉਹਨਾਂ ਦਾ ਕਰੀਬ 1 ਲੱਖ ਰੁਪਏ ਦਾ ਖਰਚਾ ਹੋਇਆ। ਇਹ ਵੀ ਦੱਸਿਆ ਗਿਆ ਕਿ 1/2018 ਨੂੰ ਲੜਕੀ ਬੇਅੰਤ ਕੌਰ ਦੇ ਕੈਨੇਡਾ ਜਾਣ ਸਮੇਂ ਉਸ ਨੂੰ 50,000 ਰੁਪਏ ਦੇ ਡਾਲਰ ਤਬਦੀਲ ਕਰਵਾ ਕੇ ਲੈ ਕੇ ਦਿੱਤੇ ਸੀ ਅਤੇ ਅਸੀਂ ਖੁਦ ਗੱਡੀ ਦਾ ਇੰਤਜ਼ਾਮ ਕਰਕੇ ਉਸ ਨੂੰ ਏਅਰਪੋਰਟ ਛੱਡ ਕੇ ਆਏ ਸੀ। ਕੈਨੇਡਾ ਜਾ ਕੇ ਬੇਅੰਤ ਕੌਰ ਲੜਕੇ ਅਤੇ ਸਾਡੇ ਪਰਿਵਾਰ ਦੇ ਨਾਲ ਵਧੀਆ ਗੱਲਬਾਤ ਕਰਦੀ ਰਹੀ। ਇਹ ਕਿ ਦੋਵਾਂ ਪਰਿਵਾਰਾਂ ਦੀ ਸਹਿਮਤੀ ਤੋਂ ਬਾਅਦ ਲੜਕੇ ਲਵਪ੍ਰੀਤ ਲਾਡੀ ਅਤੇ ਬੇਅੰਤ ਕੌਰ ਪੁੱਤਰੀ ਜਗਦੇਵ ਸਿੰਘ ਦਾ ਵਿਆਹ 7/8/2019 ਦੇ ਲਈ ਕਰਨਾ ਤੈਅ ਕਰ ਦਿੱਤਾ ਗਿਆ। ਇਸ ਦੇ ਚਲਦੇ ਬੇਅੰਤ ਕੌਰ 5/8/2019 ਨੂੰ ਕੈਨੇਡਾ ਤੋਂ ਵਾਪਸ ਇੰਡੀਆ ਆਈ ਸੀ। ਇਸ ਦੇ ਆਉਣ ਜਾਣ ਦੀ ਟਿਕਟ ਦੁੱਗਲ ਟਰੈਵਲ ਬਰਨਾਲਾ ਦੇ ਤਕਰੀਬਨ 1,12,000 ਰੁਪਏ ਦੇ ਵਿੱਚ ਕਰਵਾ ਕੇ ਦਿੱਤੀ ਸੀ। ਇਹ ਵੀ ਦੱਸਿਆ ਗਿਆ ਕਿ 2/8/2019 ਨੂੰ ਲਵਪ੍ਰੀਤ ਸਿੰਘ ਅਤੇ ਲੜਕੀ ਬੇਅੰਤ ਕੌਰ ਦੀ ਸ਼ਾਦੀ ਸਿੱਖ ਰੀਤੀ ਰਿਵਾਜ ਦੇ ਅਨੁਸਾਰ ਹੋਈ, ਜਿਸ ਦੇ ਅਨੁਸਾਰ ਆਨੰਦ ਕਾਰਜ ਗੁਰਦੁਆਰਾ ਮੰਜੀ ਸਾਹਿਬ ਖੁੰਡੀ ਕਲਾ ਵਿਖੇ ਹੋਏ ਸਨ। ਵਿਆਹ ਦੀ ਪਾਰਟੀ ਰੇਡੀਅੰਟ ਪਲਾਜ਼ਾ ਆਸਥਾ ਕਲੋਨੀ ਬਰਨਾਲਾ ਦੇ ਵਿੱਚ ਕੀਤੀ ਗਈ ਸੀ ਅਤੇ ਇਸ ਸ਼ਾਦੀ ਉੱਪਰ ਕਰੀਬ 4 ਲੱਖ ਰੁਪਏ ਦਾ ਖਰਚ ਆਇਆ ਸੀ। ਉਸ ਤੋਂ ਬਾਅਦ 17/8/2019 ਨੂੰ ਬੇਅੰਤ ਕੌਰ ਆਪਣੀ ਪੜ੍ਹਾਈ ਮੁਕੰਮਲ ਕਰਨ ਲਈ ਵਾਪਸ ਕੈਨੇਡਾ ਚਲੀ ਗਈ। ਇਸ ਤੋਂ ਬਾਅਦ ਲੜਕੀ ਦਾ ਸਹੁਰਾ ਪਰਿਵਾਰ, ਸਹੁਰਾ ਯਾਨੀ ਕਿ ਜਗਦੇਵ ਸਿੰਘ, ਸੱਸ ਸੁਖਵਿੰਦਰ ਕੌਰ ਅਤੇ ਵਿਚੋਲਾ ਜਗਸੀਰ ਸਿੰਘ ਦੇ ਦੱਸਣ ਅਤੇ ਕਹਿਣ ਤੇ ਮਿਤੀ 7/1/2020 ਨੂੰ ਬੇਅੰਤ ਕੌਰ ਦੀ ਪੜ੍ਹਾਈ ਦੀ ਫੀਸ ਦੀ ਰਕਮ 4,13,180 ਰੁਪਏ ਬੇਅੰਤ ਕੌਰ ਨੂੰ ਕੈਨੇਡਾ ਦੇ ਬੈਂਕ ਦੇ ਵਿੱਚ ਟ੍ਰਾਂਸਫਰ ਕੀਤੇ ਗਏ, ਪਰੰਤੂ ਬੇਅੰਤ ਕੌਰ ਦੇ ਵੱਲੋਂ ਭਣੋਈਏ ਜਗਸੀਰ ਸਿੰਘ ਨੂੰ ਕਹਿਣ ਤੇ ਹੀ 50,000 ਰੁਪਏ ਹੋਰ ਭੇਜੇ। ਇਸ ਤਰ੍ਹਾਂ ਬੇਅੰਤ ਕੌਰ ਨੂੰ ਬਾਹਰਲੇ ਮੁਲਕ ਭੇਜਣ ਸੰਬੰਧੀ ਮੇਰੇ ਵੱਲੋਂ 24-25 ਲੱਖ ਰੁਪਏ ਦਾ ਖਰਚ ਕੀਤਾ ਗਿਆ। ਇਹ ਵੀ ਦੱਸਿਆ ਗਿਆ ਕਿ ਲਵਪ੍ਰੀਤ ਲਾਡੀ ਕਰੀਬ 3-4 ਮਹੀਨੇ ਤੋਂ ਉਦਾਸ ਅਤੇ ਟੈਨਸ਼ਨ ਦੇ ਵਿੱਚ ਰਹਿੰਦਾ ਸੀ। ਸਾਡੀ ਨੂੰਹ ਬੇਅੰਤ ਕੌਰ ਸਾਡੇ ਨਾਲ ਵੀ ਘੱਟ ਹੀ ਗੱਲਬਾਤ ਕਰਦੀ। 23-24
ਤਰੀਕ ਸੀ 6ਵਾਂ ਮਹੀਨਾ 2021 ਦੀ ਦਰਮਿਆਨੀ ਰਾਤ ਨੂੰ ਲੜਕੇ ਦੀ ਖੇਤ ਮੋਟਰ ਤੇ ਮੌਤ ਹੋ ਗਈ, ਜਿਸ ਬਾਰੇ ਪੁਲਿਸ ਦੇ ਵੱਲੋਂ ਬਿਆਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ। ਅੱਗੇ ਉਹ ਲਿਖਦੇ ਨੇ, ਜਿੱਥੇ ਕਿ ਉਹਨਾਂ ਨੇ ਆਪਣੇ ਭਾਂਜੇ ਸਨੀ ਦਾ ਜ਼ਿਕਰ ਕੀਤਾ। ਲਿਖਦੇ ਨੇ ਕਿ ਦਿਲਪ੍ਰੀਤ ਸਿੰਘ ਉਰਫ ਸਨੀ ਪੁੱਤਰ ਜਗਸੀਰ ਸਿੰਘ, ਜੋ ਕਿ ਹੁਣ ਫਿਲੀਪੀਨਜ਼ ਮਨੀਲਾ ਵਿਖੇ ਰਹਿੰਦਾ ਹੈ, ਨੇ ਦੱਸਿਆ ਕਿ ਉਸੇ ਦਿਨ ਲਵਪ੍ਰੀਤ ਨੇ ਉਸ ਨੂੰ ਫੋਨ ਕਰਕੇ ਕਿਹਾ ਸੀ ਕਿ ਬੇਅੰਤ ਕੌਰ ਮੇਰੇ ਨਾਲ ਗੱਲਬਾਤ ਨਹੀਂ ਕਰਦੀ ਅਤੇ ਨਾ ਹੀ ਉਸ ਨੂੰ ਕੈਨੇਡਾ ਬੁਲਾਉਣ ਬਾਰੇ ਦੱਸਦੀ ਹੈ, ਨਾ ਹੀ ਮੇਰੇ ਕਹਿਣ 'ਤੇ ਮੇਰੀ ਫਾਈਲ ਲਗਾ ਰਹੀ ਹੈ। ਉਸ ਦੇ ਨਾਲ ਗੱਲ ਕਰ, ਜਿਸ 'ਤੇ ਮੇਰੇ ਭਾਂਜੇ ਦੇ ਵੱਲੋਂ ਬੇਅੰਤ ਕੌਰ ਦੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜੋ ਕਿ ਨਹੀਂ ਹੋ ਸਕਿਆ। ਇਸ ਗੱਲ ਦਾ ਪਤਾ ਲੱਗਣ 'ਤੇ ਅਸੀਂ ਲਵਪ੍ਰੀਤ ਸਿੰਘ ਦੇ ਮੋਬਾਈਲ ਫੋਨ ਨੂੰ ਚੈੱਕ ਕਰਵਾਇਆ, ਜੋ ਕਿ ਚੈੱਕ ਕਰਵਾਉਣ 'ਤੇ ਪਤਾ ਲੱਗਾ ਕਿ ਕਾਫੀ ਅਰਸੇ ਤੋਂ ਆਪਸੀ ਚੈਟ ਰਾਹੀਂ ਜੋ ਗੱਲਬਾਤ ਕਰਦੇ ਸੀ, ਜਿਸ ਦੇ ਵਿੱਚ ਬੇਅੰਤ ਕੌਰ ਲਵਪ੍ਰੀਤ ਦੇ ਨਾਲ ਬਹੁਤ ਘੱਟ ਗੱਲਬਾਤ ਕਰਦੀ ਸੀ, ਜੋ ਕਿ ਸਾਰੀ ਚੈਟ ਪੜ੍ਹਨ 'ਤੇ ਸਾਹਮਣੇ ਆਉਂਦਾ ਹੈ ਕਿ ਬੇਅੰਤ ਕੌਰ ਬਾਹਰਲੇ ਮੁਲਕ ਜਾ ਕੇ ਕਿਸੇ ਵੀ ਮਨਸੂਬੇ ਦੇ ਤਹਿਤ ਲਵਪ੍ਰੀਤ ਨੂੰ ਬਾਹਰਲੇ ਮੁਲਕ ਆਪਣੇ ਕੋਲ ਨਹੀਂ ਬੁਲਾਉਣਾ ਚਾਹੁੰਦੀ ਸੀ। ਚੈਟ ਦੀ ਕਾਪੀ ਇਸ ਦੇ ਨਾਲ ਨੱਥੀ ਕੀਤੀ ਹੋਈ ਹੈ। ਇਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਬੇਅੰਤ ਕੌਰ ਨੇ ਆਪਣੇ ਪਿਤਾ, ਮਾਤਾ, ਭਰਾ ਨਾਲ ਮਿਲ ਕੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਲਵਪ੍ਰੀਤ ਨੂੰ ਬਾਹਰਲੇ ਮੁਲਕ ਨਾ ਬੁਲਾ ਕੇ ਉਹਨਾਂ ਦੇ ਨਾਲ ਧੋਖਾ ਕੀਤਾ ਅਤੇ ਉਹਨਾਂ ਦੇ ਲੜਕੇ ਲਵਪ੍ਰੀਤ ਨੂੰ ਮਰਨ ਦੇ ਲਈ ਮਜਬੂਰ ਕੀਤਾ। ਲਾਡੀ ਦੇ ਪਿਤਾ ਅੱਗੇ ਲਿਖਦੇ ਨੇ ਕਿ ਹੁਣ ਉਹਨਾਂ ਨੂੰ ਯਕੀਨ ਹੋ ਗਿਆ ਕਿ ਲਵਪ੍ਰੀਤ ਨੇ 23-24 ਤਰੀਕ 6ਵਾਂ ਮਹੀਨਾ 2021 ਦੀ ਦਰਮਿਆਨੀ ਰਾਤ ਨੂੰ ਕੋਈ ਜ਼ਹਿਰੀਲੀ ਚੀਜ਼ ਖਾ ਕੇ ਜਾਂ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਇਸ ਦੇ ਲਈ ਆਪ ਜੀ ਨੂੰ ਦਰਖਾਸਤ ਪੇਸ਼ ਕਰਕੇ ਬੇਨਤੀ ਹੈ ਕਿ ਉਕਤ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ ਅਤੇ ਮੈਨੂੰ ਇਨਸਾਫ ਦਿਵਾਇਆ ਜਾਵੇ। ਮੈਂ ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ। ਧੰਨਵਾਦ ਸਹਿਤ ਇਸ ਦੇ ਨਾਲ ਮੈਰਿਜ ਸਰਟੀਫਿਕੇਟ ਦੀ ਕਾਪੀ, ਬੈਂਕ ਸਟੇਟਮੈਂਟ ਅਤੇ WhatsApp ਚੈਟ ਦੀਆਂ ਫੋਟੋਆਂ ਵੀ ਲਗਾਈਆਂ ਗਈਆਂ ਨੇ। ਇਸ ਤੋਂ ਇਲਾਵਾ ਮੈਰਿਜ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਕਾਪੀ ਵੀ ਲਗਾਈ ਗਈ ਹੈ। ਤਾਂ ਉਕਤ ਸਾਰੀਆਂ ਗੱਲਾਂ ਤੋਂ ਸਾਫ਼ ਹੁੰਦਾ ਹੈ ਕਿ ਇਹ ਇੱਕ ਕੰਟਰੈਕਟ ਮੈਰਿਜ ਦੀ ਤਰ੍ਹਾਂ ਹੀ ਕੀਤੀ ਗਈ ਸੀ, ਕਿਉਂਕਿ ਸਾਰੀ ਗੱਲਬਾਤ ਪਹਿਲਾਂ ਹੀ ਖੋਲ੍ਹ ਲਈ ਗਈ ਸੀ। ਪਰ ਹਾਂ, ਇਹ ਗੱਲ ਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਹੈ ਕਿ ਲਾਡੀ ਦੇ ਪਰਿਵਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਪੂਰੀ ਤਰ੍ਹਾਂ ਦੇ ਨਾਲ ਆਨੰਦ ਕਾਰਜ ਕਰਵਾਏ ਸਨ, ਸਿੱਖ ਰਸਮਾਂ ਦੇ ਅਨੁਸਾਰ ਵਿਆਹ ਕਰਵਾਇਆ ਗਿਆ ਸੀ ਅਤੇ ਜੇਕਰ ਅਜਿਹਾ ਨਾ ਵੀ ਹੁੰਦਾ ਕਿ ਬੇਅੰਤ ਕੌਰ ਬਾਹਰ ਨਾ ਜਾਂਦੀ, ਉਸ ਤੋਂ ਬਾਵਜੂਦ ਵੀ ਉਹ ਲਾਡੀ ਦੀ ਘਰਵਾਲੀ ਮੰਨੀ ਜਾਣੀ ਸੀ ਅਤੇ ਉਸਨੇ ਲਾਡੀ ਦੇ ਹੀ ਘਰ ਰਹਿਣਾ ਸੀ। ਪਰ ਹੁਣ ਜੋ ਕੁਝ ਹੋਇਆ ਉਸ ਤੋਂ ਬਾਅਦ ਪੂਰੇ ਪਰਿਵਾਰ ਦੀ ਮੰਗ ਹੈ ਕਿ ਪਰਚਾ ਦਰਜ ਕੀਤਾ ਜਾਵੇ, ਨਾ ਸਿਰਫ 420 ਦਾ ਸਗੋਂ ਹੋਰ ਧਾਰਾਵਾਂ ਦੇ ਤਹਿਤ ਜੋ ਕਿ ਲਾਡੀ ਦੇ ਵਕੀਲ ਦੇ ਵੱਲੋਂ ਕਹੀਆਂ ਜਾ ਰਹੀਆਂ ਨੇ, ਉਸ ਸਾਰੀਆਂ ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇ। ਨਾ ਸਿਰਫ ਬੇਅੰਤ ਕੌਰ 'ਤੇ ਸਗੋਂ ਬੇਅੰਤ ਕੌਰ ਦੇ ਪਰਿਵਾਰ 'ਤੇ ਵੀ ਇਹ ਸਾਰਾ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ, ਮੰਗ ਕੀਤੀ ਜਾ ਰਹੀ ਹੈ, ਜਿਸ ਦੇ ਚਲਦੇ ਬੀਤੇ ਦਿਨ ਵੀ ਲਵਪ੍ਰੀਤ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਭਾਰੀ ਇਕੱਠ ਕੀਤਾ ਗਿਆ ਸੀ। NH7 ਤੇ ਰੋਡ ਜਾਮ ਕੀਤਾ ਗਿਆ ਸੀ ਅਤੇ ਕਾਫੀ ਉੱਘੀਆਂ ਸ਼ਖਸੀਅਤਾਂ ਅਤੇ ਕਈ ਜਥੇਬੰਦੀਆਂ ਦੇ ਆਗੂ ਇੱਥੇ ਪਹੁੰਚੇ ਸਨ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅਗਲਾ ਮੋੜ ਕੀ ਆਉਂਦਾ ਹੈ। ਕੀ ਹੁਣ ਬੇਅੰਤ ਕੌਰ ਵਾਪਸ ਆਵੇਗੀ? ਕੀ ਪੁੱਛ ਪੜਤਾਲ ਦੇ ਵਿੱਚ ਸ਼ਾਮਿਲ ਕਰਨ ਦੇ ਲਈ ਉਸ ਨੂੰ ਵਾਪਸ ਇੰਡੀਆ ਬੁਲਾਇਆ ਜਾਵੇਗਾ ਜਾਂ ਫਿਰ ਨਹੀਂ, ਅਤੇ ਹੋਰ ਕਿਹੜੀ ਧਾਰਾਵਾਂ ਦੇ ਤਹਿਤ ਪਰਿਵਾਰਿਕ ਮੈਂਬਰ ਚਾਹੁੰਦੇ ਨੇ ਕਿ ਪਰਚਾ ਦਰਜ ਹੋਵੇ, ਉਸ ਤੋਂ ਅੱਗੇ ਦੀ ਕਾਰਵਾਈ ਕੀ ਹੋਵੇਗੀ, ਇਹ ਸਭ ਕੁਝ ਫਿਲਹਾਲ ਸਮਾਂ ਦੱਸੇਗਾ। ਬਿਊਰੋ ਰਿਪੋਰਟ, ਬੋਲ ਪੰਜਾਬ।